ਗੁੱਡ ਮਾਰਨਿੰਗ ਸਟੂਡੈਂਟਸ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ, ਅੱਜ ਆਪਾਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਦੇ ਵਾਰਤਕ ਭਾਗ ਵਿੱਚੋਂ ਸੈਕੰਡ ਚੈਪਟਰ ਰੀਡ ਕਰਾਂਗੇ, ਜਿਹਦਾ ਨਾਂ ਹੈ ਬੋਲੀ। ਬੋਲੀ ਪਾਠ ਸਰਦਾਰ ਗੁਰਬਖਸ਼ ਸਿੰਘ ਜੀ ਦੁਆਰਾ ਲਿਖਿਆ ਗਿਆ ਹੈ। ਪਾਠ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਲੇਖਕ ਬਾਰੇ ਪੜ੍ਹ ਲਈਏ। ਸਰਦਾਰ ਗੁਰਬਖਸ਼ ਸਿੰਘ ਦਾ ਜਨਮ ਸਰਦਾਰ ਪਿਸ਼ੌਰਾ ਸਿੰਘ ਦੇ ਘਰ 26 ਅਪ੍ਰੈਲ 1895 ਈਸਵੀ ਨੂੰ ਸਿਆਲਕੋਟ, ਪਾਕਿਸਤਾਨ ਵਿੱਚ ਹੋਇਆ। ਮੁੱਢਲੀ ਸ਼ੁਰੂ ਵਾਲੀ ਪੜ੍ਹਾਈ ਤੋਂ ਬਾਅਦ ਕੁਝ ਸਮਾਂ ਕਲਰਕੀ ਕੀਤੀ, ਕਲਰਕ ਲੱਗੇ ਰਹੇ। ਫਿਰ ਨੌਕਰੀ ਛੱਡ ਕੇ ਰੁੜਕੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਕੁਝ ਸਮਾਂ ਫੌਜ ਵਿੱਚ ਨੌਕਰੀ ਕੀਤੀ ਅਤੇ ਇੰਜੀਨੀਅਰਿੰਗ ਦੀ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਹਾਇਰ ਐਜੂਕੇਸ਼ਨ ਪ੍ਰਾਪਤ ਕਰਨ ਲਈ ਅਮਰੀਕਾ ਚਲੇ ਗਏ। ਉੱਥੋਂ ਵਾਪਸ ਆ ਕੇ ਕੁਝ ਸਮਾਂ ਰੇਲਵੇ ਵਿੱਚ ਨੌਕਰੀ ਕੀਤੀ। 1931 ਵਿੱਚ ਨੌਕਰੀ ਛੱਡ ਕੇ ਪਿਸ਼ੌਰ ਦੇ ਲਾਗੇ ਨੇੜੇ ਖੇਤੀ ਕਰਨ ਲੱਗ ਪਏ। ਉੱਥੇ ਹੀ 1933 ਵਿੱਚ ਮਾਸਿਕ ਪੱਤਰ ਪ੍ਰੀਤਲੜੀ ਕੱਢਣਾ ਸ਼ੁਰੂ ਕਰ ਦਿੱਤਾ। ਉਸ ਪਿੱਛੋਂ ਪ੍ਰੀਤਨਗਰ ਆ ਵਸਾਇਆ। ਉਦੋਂ ਤੋਂ ਲੈ ਕੇ ਆਪਣੇ ਅੰਤਮ ਸਵਾਸ ਤਿਆਗਣ ਤੱਕ ਉਹ ਪ੍ਰੀਤਲੜੀ ਦੁਆਰਾ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹੇ। ਗੁਰਬਖਸ਼ ਸਿੰਘ ਤੋਂ ਪਹਿਲਾਂ ਬਹੁਤੀ ਪੰਜਾਬੀ ਵਾਰਤਕ ਵਿੱਚ ਕੇਵਲ ਧਾਰਮਿਕ ਵਿਸ਼ਿਆਂ ਬਾਰੇ ਹੀ ਲਿਖਿਆ ਜਾਂਦਾ ਸੀ। ਆਪਨੇ ਪੰਜਾਬੀ ਵਾਰਤਕ ਦੇ ਘੇਰੇ ਨੂੰ ਵਿਸ਼ਾਲ ਕਰਕੇ ਸਮਾਜਿਕ, ਨੈਤਿਕ ਤੇ ਜ਼ਿੰਦਗੀ ਦੀਆਂ ਹੋਰ ਅਨੇਕਾਂ ਸਮੱਸਿਆਵਾਂ ਦੇ ਵਿਸ਼ਿਆਂ ਬਾਰੇ ਆਪਣੇ ਲੇਖ ਅਤੇ ਕਹਾਣੀਆਂ ਵਿੱਚ ਲਿਖਣਾ ਸ਼ੁਰੂ ਕੀਤਾ। ਆਪਨੇ 2 ਦਰਜਨ ਤੋਂ ਵੱਧ ਵਾਰਤਕ ਪੁਸਤਕਾਂ ਪੰਜਾਬੀ ਵਿੱਚ ਲਿਖੀਆਂ। ਪੱਛਮੀ ਦੇਸ਼ਾਂ ਵਿੱਚ ਦੇਖੇ ਖੁੱਲ੍ਹੇ ਡੁੱਲੇ ਜੀਵਨ ਦਾ ਆਪਦੇ ਵਿਚਾਰਾਂ 'ਤੇ ਬਹੁਤ ਡੂੰਘਾ ਪ੍ਰਭਾਵ ਸੀ। ਉਸ ਜੀਵਨ ਨੂੰ ਇਹਨਾਂ ਆਪਣਾ ਆਦਰਸ਼ ਬਣਾ ਲਿਆ ਸੀ। ਆਪਨੇ ਸਮਾਜਿਕ ਕੁਰੀਤੀਆਂ, ਵਹਿਮਾਂ ਭਰਮਾਂ ਅਤੇ ਹੋਰ ਬੁਰਾਈਆਂ ਨੂੰ ਆਪਣੀ ਲੇਖਣੀ ਦੁਆਰਾ ਪੇਸ਼ ਕੀਤਾ। ਉਹਨਾਂ ਸਭਨਾਂ ਨੂੰ ਉੱਚੀ ਸੁੱਚੀ ਅਤੇ ਸਾਵੀਂ ਪੱਧਰੀ ਜ਼ਿੰਦਗੀ ਜਿਉਣ ਲਈ ਪ੍ਰੇਰਿਆ। ਆਓ ਆਪਾਂ ਪਾਠ ਪੜ੍ਹਦੇ ਹਾਂ। ਬੋਲੀ। ਇਸ ਪਾਠ ਵਿੱਚ ਲੇਖਕ ਨੇ ਬੋਲੀ ਦੇ ਮਹੱਤਵ ਨੂੰ ਦੱਸਿਆ ਹੈ ਕਿ ਬੋਲੀ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਕੀ ਮਹੱਤਵ ਹੁੰਦਾ ਹੈ ਅਤੇ ਕਿਵੇਂ ਮਨੁੱਖ ਦੀ ਜਿਹੜੀ ਅਸਲੀ ਪਹਿਚਾਣ ਹੈ ਬੋਲੀ ਦੁਆਰਾ ਹੀ ਹੁੰਦੀ ਹੈ। ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ। ਜਿਹੜਾ ਮਨੁੱਖ ਦਾ ਮੂੰਹ ਹੁੰਦਾ ਹੈ, ਉਹਦੇ ਸਰੀਰ ਦਾ ਇੱਕ ਚਿੱਤਰ ਹੈ। ਇਹਦੇ ਤੋਂ ਉਹਦੇ ਸਰੀਰ ਦਾ ਸੁਹੱਪਣ ਜਾਂ ਕੋਝ ਪਛਾਣਿਆ ਜਾਂਦਾ ਹੈ। ਕੋਝ ਬੋਲੀ ਤੋਂ ਹੀ ਮਨੁੱਖ ਕਿਹੋ ਜਿਹਾ ਹੈ ਪਛਾਣਿਆ ਜਾਂਦਾ ਹੈ। ਭਾਵ ਉਹ ਸੁਹੱਪਣ ਸੋਹਣਾਪਨ, ਕੋਝ ਘਟੀਆਪਨ, ਬਦਸੂਰਤੀ। ਬੋਲੀ ਤੋਂ ਹੀ ਪਤਾ ਲੱਗਦਾ ਹੈ ਕਿ ਮਨੁੱਖ ਅੰਦਰੋਂ ਸੋਹਣਾ ਹੈ ਜਾਂ ਘਟੀਆ ਹੈ। ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਇਹਦੇ ਤੋਂ ਉਹਦੀ ਆਤਮਾ ਦਾ ਵਧੀਆ ਘਟੀਆ ਹੋਣਾ ਦਿਸ ਪੈਂਦਾ ਹੈ। ਅਣਬੋਲਿਆ ਮਨੁੱਖ ਇਉਂ ਹੈ ਜਿਉਂ ਕੋਈ ਬੂਹੇ ਬੰਦ ਮਕਾਨ, ਜਿਸ ਦੀਆਂ ਕੰਧਾਂ ਉੱਤੇ ਬਣਤਰ ਹੀ ਅਸੀਂ ਵੇਖਦੇ ਹਾਂ। ਬੋਲਿਆ ਜਿਉਂ ਕਿਸੇ ਨੇ ਬੂਹੇ ਖੋਲ੍ਹ ਕੇ ਸਾਨੂੰ ਅੰਦਰ ਝਾਤੀ ਪੁਆ ਦਿੱਤੀ ਹੈ। ਕਈ ਮਕਾਨਾਂ ਦਾ ਅੰਦਰ ਉਹਨਾਂ ਦੀ ਬਾਹਰਲੀ ਬਣਤਰ ਨਾਲੋਂ ਕਿੱਡਾ ਹੀ ਸੋਹਣਾ ਅਤੇ ਕਿੱਡਾ ਹੀ ਸੁੱਖ ਦੇਣ ਵਾਲਾ ਹੁੰਦਾ ਹੈ। ਕਿਸੇ ਸੁਹਜ ਭੁੱਖੇ ਸਿਆਣੇ ਨੇ ਸੋਹਣੇ ਮੂੰਹ ਵਾਲੇ ਰਾਹੀ ਨੂੰ ਵੇਖ ਕੇ ਆਖਿਆ ਸੀ, ਉਹ ਸੋਹਣਿਆ, ਬੋਲ ਖਾਂ ਵੇਖਾਂ ਅੰਦਰੋਂ ਤੂੰ ਏਦੋਂ ਵੀ ਸੋਹਣਾ ਹੋਵੇਂਗਾ। ਇਸ ਪੈਰੇ ਵਿੱਚ ਲੇਖਕ ਦੱਸਣਾ ਚਾਹੁੰਦੇ ਹਨ ਕਿ ਜਿਹੜਾ ਮਨੁੱਖ ਹੈ, ਮਨੁੱਖ ਦਾ ਚਿਹਰਾ ਉਹਦੇ ਸਰੀਰ ਦੀ ਤਸਵੀਰ ਹੈ ਅਤੇ ਜਿਹੜੀ ਬੋਲੀ ਹੈ ਉਹਦੀ ਆਤਮਾ ਦਾ ਚਿੱਤਰ ਹੈ। ਕਿਸੇ ਮਨੁੱਖ
ਦੀ ਆਤਮਾ ਦੇ ਚੰਗੇ ਅਤੇ ਮਾੜੇ ਹੋਣ ਬਾਰੇ ਸਾਨੂੰ ਬੋਲੀ ਤੋਂ ਪਤਾ ਲੱਗਦਾ ਹੈ। ਅਣਬੋਲਿਆ ਮਨੁੱਖ, ਜਿਹੜਾ ਮਨੁੱਖ ਬੋਲਦਾ ਨਹੀਂ, ਚੁੱਪ ਹੈ, ਉਹ ਤਾਂ ਐਂ ਹੈ ਜਿਵੇਂ ਕੋਈ ਮਕਾਨ ਜਿਹਦੇ ਦਰਵਾਜ਼ੇ ਬੰਦ ਹਨ ਅਤੇ ਆਪਾਂ ਉਹਦੀਆਂ ਕੰਧਾਂ ਵੇਖ ਸਕਦੇ ਹਾਂ, ਕੰਧਾਂ ਕਿਹੋ ਜਿਹੀਆਂ ਬਣੀਆਂ ਹੋਈਆਂ ਹੈ। ਅਤੇ ਜਿਹੜਾ ਮਨੁੱਖ ਬੋਲਦਾ ਹੈ, ਬੋਲਣ ਤੋਂ ਮਨੁੱਖ ਦੇ ਬਾਰੇ ਐਂ ਪਤਾ ਲੱਗਦਾ ਹੈ ਜਿਵੇਂ ਅਸੀਂ ਮਕਾਨ ਖੋਲ੍ਹ ਕੇ ਅੰਦਰ ਨਜ਼ਰ ਮਾਰ ਲਈ ਹੋਵੇ। ਅਤੇ ਕਿਉਂਕਿ ਕਈ ਮਕਾਨਾਂ ਦੇ ਜਿਹੜੀ ਅੰਦਰ ਹੁੰਦਾ ਹੈ ਉਹ ਬਾਹਰਲੀ ਬਨਾਵਟ ਨਾਲੋਂ ਮਕਾਨ ਅੰਦਰੋਂ ਜ਼ਿਆਦਾ ਸੋਹਣਾ ਹੁੰਦਾ ਹੈ। ਅਤੇ ਇਸ ਕਰਕੇ ਜਿਹੜਾ ਮਨੁੱਖ ਚੁੱਪ ਹੈ ਉਹਦੇ ਬਾਰੇ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ। ਜਦੋਂ ਉਹ ਬੋਲਦਾ ਹੈ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅੰਦਰੋਂ ਉਸ ਇਨਸਾਨ ਦੀ ਆਤਮਾ ਕਿਹੋ ਜਿਹੀ ਹੈ, ਉਹ ਇਨਸਾਨ ਨੇਚਰ ਵਾਈਜ਼ ਕਿਵੇਂ ਹੈ। ਤਾਂ ਹੀ ਇਹ ਐਗਜ਼ਾਮਪਲ ਦਿੱਤਾ ਹੈ ਕਿ ਕਿਸੇ ਸੁਹਜ ਸਿਆਣੇ ਮਤਲਬ ਸਮਝਦਾਰ ਵਿਅਕਤੀ ਨੇ ਕਿਸੇ ਰਾਹੀ ਮੁਸਾਫਿਰ ਨੂੰ ਪੁੱਛਿਆ ਕਿ ਤੂੰ ਬੋਲ ਕੇ ਦੱਸ, ਤਾਂ ਹੀ ਮੈਨੂੰ ਪਤਾ ਲੱਗੇਗਾ ਕਿ ਤੂੰ ਅੰਦਰੋਂ ਕਿਸ ਤਰ੍ਹਾਂ ਦਾ ਹੈ। ਅੰਨੇ ਆਮ ਤੌਰ ਉੱਤੇ ਸਿਆਣੇ ਅਤੇ ਦਿਲਚਸਪ ਹੁੰਦੇ ਹਨ। ਜਿਹੜੇ ਅੰਨੇ ਵਿਅਕਤੀ ਹੁੰਦੇ ਆ ਨਾ, ਜਿਹੜੇ ਦੇਖ ਨਹੀਂ ਸਕਦੇ ਹੁੰਦੇ, ਉਹ ਸਿਆਣੇ ਅਤੇ ਦਿਲਚਸਪ ਹੁੰਦੇ ਆ। ਪਰ ਗੂੰਗਾ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ, ਕਿਉਂਕਿ ਬੋਲੀ ਤੋਂ ਹੀ ਅਸੀਂ ਮਨੁੱਖੀ ਅਮੀਰੀ ਦਾ ਮੇਚਾ ਲੈ ਸਕਦੇ ਹਾਂ। ਮੇਚਾ ਨਾਪ ਲੈ ਸਕਦੇ ਹਾਂ ਕਿ ਅੰਦਰੋਂ ਕਿੰਨਾ ਅਮੀਰ ਹੈ। ਬੋਲੀ ਹੀ ਦੱਸਦੀ ਹੈ ਕਿ ਬੋਲਣ ਨੇ ਕੀ ਕੁਝ ਆਪਣਾ ਬਣਾਇਆ ਹੈ। ਜੇ ਉਹਦੇ ਅੰਦਰ ਬਹੁਤ ਕੁਛ ਹੈ, ਉਹਦੀ ਬੋਲੀ ਫੁੱਲਾਂ ਫਲਾਂ ਲੱਦੇ ਬਾਗ ਵਿੱਚੋਂ ਮਹਿਕਦੀ ਆਈ ਪੌਣ ਵਰਗੀ ਹੁੰਦੀ ਹੈ, ਪੌਣ ਹਵਾ ਵਰਗੀ ਹੁੰਦੀ ਹੈ। ਸਰੋਤੇ ਉਹਨੂੰ ਪਿਆਰ ਦਿੰਦੇ ਹਨ, ਭਰੋਸਾ ਦਿੰਦੇ ਹਨ, ਕਈ ਵਾਰ ਜਿੰਦਾਂ ਵੀ ਹਾਜ਼ਰ ਕਰ ਦਿੰਦੇ ਹਨ। ਜਿਹਦੇ ਅੰਦਰ ਬਹੁਤਾ ਕੁਝ ਨਹੀਂ, ਉਹਦੀ ਬੋਲੀ ਰੜੇ ਰੇਗਿਸਤਾਨ ਵਿੱਚ ਰੁੱਖੀ ਤਪਦੀ ਆਈ ਪੌਣ ਵਰਗੀ ਹੁੰਦੀ ਹੈ। ਅਤੇ ਇਸ ਪੈਰੇ ਵਿੱਚ ਲੇਖਕ ਦੱਸਣਾ ਚਾਹੁੰਦਾ ਹੈ ਕਿ ਆਪਾਂ ਬੋਲੀ ਤੋਂ ਹੀ ਇਨਸਾਨ ਬਾਰੇ ਅੰਦਾਜ਼ਾ ਲਾ ਸਕਦੇ ਹਾਂ। ਬੋਲੀ ਤੋਂ ਹੀ ਪਤਾ ਲੱਗਦੇ ਉਹਦੇ ਅੰਦਰ ਕੀ ਕੁਛ ਹੈ। ਜਿਹੜਾ ਇਨਸਾਨ ਅੰਦਰੋਂ ਚੰਗਾ ਹੁੰਦਾ ਹੈ, ਉਹਦੀ ਬੋਲੀ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਕੋਈ ਕਿਸੇ ਬਾਗ ਵਿੱਚੋਂ, ਉਹ ਬਾਗ ਜਿਹੜਾ ਫੁੱਲਾਂ ਫੁੱਲਾਂ ਨਾਲ ਲੱਦਿਆ ਹੋਇਆ, ਭਰਿਆ ਹੋਇਆ ਹੈ, ਉਹਦੇ ਵਿੱਚੋਂ ਵਧੀਆ ਖੁਸ਼ਬੂ ਆ ਰਹੀ ਹੋਵੇ। ਅਤੇ ਜਿਹੜਾ ਚੰਗਾ ਬੋਲਦਾ ਹੁੰਦਾ ਨਾ, ਉਹਦੇ ਬਾਰੇ ਵੀ ਇਹ ਪਤਾ ਲੱਗਦਾ ਕਿ ਅੰਦਰੋਂ ਉਹ ਕਿੰਨਾ ਚੰਗਾ ਹੈ ਇਨਸਾਨ। ਸਰੋਤੇ ਸੁਣਨ ਵਾਲੇ ਉਹਨੂੰ ਪਿਆਰ ਦਿੰਦੇ ਹੈ, ਵਿਸ਼ਵਾਸ ਦਿੰਦੇ ਹੈ, ਅਤੇ ਕਈ ਵਾਰ ਆਪਣੀ ਜਾਨ ਵੀ ਹਾਜ਼ਰ ਕਰ ਦਿੰਦੇ ਹੈ। ਅਤੇ ਜਿਹੜਾ ਅੰਦਰੋਂ ਚੰਗੇ ਨਹੀਂ ਹੁੰਦੇ, ਉਹਨਾਂ ਦੀ ਬੋਲੀ ਕਿਹੋ ਜਿਹੀ ਹੁੰਦੀ ਹੈ? ਰੇਗਿਸਤਾਨ ਮਰੁਸਥਲ ਦੀ ਰੁੱਖਾਂ ਵਿੱਚੋਂ ਰੁੱਖੀ ਤਪਦੀ ਆਈ ਪੌਣ ਵਰਗੀ ਹੁੰਦੀ ਹੈ, ਕਿ ਜਿਵੇਂ ਮਰੁਸਥਲ ਵਿੱਚੋਂ ਖੁਸ਼ਕ ਹਵਾ ਆ ਰਹੀ ਹੋਵੇ। ਬੋਲੀ ਤਦੇ ਅਸਲੀ ਅਮੀਰੀ ਦਾ ਠੀਕ ਮੇਚਾ ਮੰਨੀ ਜਾਂਦੀ ਹੈ ਕਿ ਇਹ ਜ਼ਿੰਦਗੀ ਦੀ ਅਮੀਰ ਲਫ਼ਜ਼ ਚੁਣਦੀ ਹੈ। ਹਰ ਇੱਕ ਲਫ਼ਜ਼ ਕਿਸੇ ਤਜਰਬੇ ਦਾ ਹਿੱਸਾ ਅਤੇ ਹਰ ਇੱਕ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦੀ ਹੈ। ਅਤੇ ਅਕਲ ਜ਼ਿੰਦਗੀ ਦਾ ਅਸਲੀ ਸੋਨਾ ਹੈ, ਜਿਹਦੀ ਲਿਸ਼ਕ ਤੋਂ ਵਿਰਵੇ ਸੁਡੋਲ ਨਕਸ਼ ਵੀ ਦਿਲਾਂ ਵਿੱਚ ਕੋਈ ਖਿੱਚ ਨਹੀਂ ਪਾਉਂਦੇ। ਇਸ ਪੈਰੇ ਵਿੱਚ ਲੇਖਕ ਦੱਸਦਾ ਹੈ ਕਿ ਕੋਈ ਆਦਮੀ ਕਿੰਨਾ ਅਮੀਰ ਹੈ, ਉਹਦੇ ਮਾਪਣ ਦਾ ਪੈਮਾਨਾ ਉਹਦੀ ਬੋਲੀ ਹੀ ਹੈ। ਹਰ ਸ਼ਬਦ ਕਿਸੇ ਐਕਸਪੀਰੀਅੰਸ ਦਾ ਭਾਗ ਹੁੰਦਾ ਹੈ, ਅਤੇ ਹਰ ਐਕਸਪੀਰੀਅੰਸ ਕਿਸੇ ਸਿਆਣਪ ਦਾ ਹਿੱਸਾ ਹੁੰਦਾ ਹੈ। ਇਸ ਤਰ੍ਹਾਂ ਅਕਲ ਜਾਂ ਗਿਆਨ ਹੀ ਜ਼ਿੰਦਗੀ ਦਾ ਸ਼ੁੱਧ ਸੋਨਾ ਹੁੰਦੇ ਹਨ, ਅਸਲੀ ਸੋਨਾ, ਸ਼ੁੱਧ ਸੋਨਾ ਹੁੰਦੇ ਹਨ, ਜਿਸ ਦੀ ਲਿਸ਼ਕ ਚਮਕ ਤੋਂ ਵਿਰਵੇ ਵਾਂਝੇ ਜਾਂ ਸੱਖਣੇ ਖਾਲੀ ਨਕਸ਼ ਵੀ ਦਿਲਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਭਾਵ
ਕਈ ਦੇਖਣ ਵਿੱਚ ਸੋਹਣੇ ਹੁੰਦੇ ਆ, ਬੋਲੀ ਚੰਗੀ ਨਹੀਂ ਹੁੰਦੀ, ਅਕਲ ਚੰਗੀ ਨਹੀਂ ਹੁੰਦੀ, ਤਾਂ ਉਹ ਸਿਰਫ ਚਿਹਰੇ ਨਾਲ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਬੋਲੀ ਦਾ ਖਜ਼ਾਨਾ ਬਚਪਨ ਦੇ ਚੌਗਿਰਦੇ ਚੁਫੇਰੇ ਵਿੱਚੋਂ, ਚਾਰੇ ਪਾਸੇ ਵਿੱਚੋਂ ਜੁੜਨਾ ਸ਼ੁਰੂ ਹੋ ਜਾਂਦਾ ਹੈ। ਬਚਪਨ ਵਿੱਚ ਮਨ ਉੱਤੇ ਚਿੱਤਰੇ ਲਫ਼ਜ਼ ਸਾਨੂੰ ਭੁੱਲਦੇ ਨਹੀਂ। ਜਿਹੜੇ ਸ਼ਬਦ ਜਾਂ ਲਫ਼ਜ਼ ਬਚਪਨ ਵਿੱਚ ਮਨ 'ਤੇ ਛਪ ਜਾਂਦੇ ਹਨ ਨਾ, ਉਹ ਕਦੇ ਭੁੱਲਦੇ ਨਹੀਂ ਅਤੇ ਮੋਹਰ ਵਰਗਾ ਕੰਮ ਦਿੰਦੇ ਹਨ, ਅਤੇ ਉਹ ਇੱਕ ਸਟੈਂਪ ਦੀ ਤਰ੍ਹਾਂ ਕੰਮ ਦਿੰਦੇ ਹੈ। ਇੱਕ ਇੱਕ ਮੋਹਰ ਅਸੀਂ ਅਨੇਕਾਂ ਨਿੱਕੇ ਸਿੱਕਿਆਂ ਵਿੱਚ ਵਟਾਉਂਦੇ ਹਾਂ ਅਤੇ ਸਾਡੇ ਖਜ਼ਾਨੇ ਦੀਆਂ ਪੇਟੀਆਂ ਛਣਕਣ ਲੱਗ ਪੈਂਦੀਆਂ ਹਨ। ਇਸ ਲਈ ਜਿੱਥੇ ਸਾਡਾ ਬਚਪਨ ਬੀਤੇ, ਉਹ ਥਾਂ ਮੋਹਰਾਂ ਦੀ ਖਾਨ ਹੈ। ਭਾਵ ਜਿੱਥੇ ਮਨੁੱਖ ਦਾ ਬਚਪਨ ਬੀਤਦਾ ਹੈ ਨਾ, ਉਹ ਮੋਹਰਾਂ ਦੀ ਖਾਨ ਵਰਗੀ ਜਗ੍ਹਾ ਹੁੰਦੀ ਹੈ। ਭਾਵ ਉੱਥੋਂ ਇਨਸਾਨ ਦੀ ਸ਼ਖਸੀਅਤ ਬਣਨੀ ਸ਼ੁਰੂ ਹੁੰਦੀ ਹੈ। ਇਸ ਲਈ ਜਿੱਥੇ ਸਾਡਾ ਬਚਪਨ ਬੀਤੇ, ਉਹ ਜਗ੍ਹਾ ਮੋਹਰਾਂ ਵਰਗੀ ਹੋ ਗਈ। ਪਹਿਲਾਂ ਸਾਡੀ ਅਮੀਰੀ ਦਾ ਨਿਰਭਰ ਇਸ ਖਾਨ ਉੱਤੇ ਹੁੰਦਾ ਹੈ। ਜੇ ਸਾਡੀ ਖਾਨ ਵਿੱਚ ਮੋਹਰਾਂ ਕੱਸੀਆਂ ਹਨ ਤਾਂ ਸਾਡੀ ਬਹੁਤੀ ਪੁਟਾਈ ਵੀ ਸਾਨੂੰ ਮਾਲਾ ਮਾਲ ਨਹੀਂ ਕਰ ਸਕਦੀ। ਸਾਡੀ ਬੋਲੀ ਉਹ ਹੈ ਜਿਹੜੀ ਸਾਡੇ ਬਚਪਨ ਦੀ ਬੋਲੀ ਹੈ, ਸਾਡੀ ਮਾਂ ਬੋਲੀ ਹੈ। ਅਸਲ ਵਿੱਚ ਮਨੁੱਖ ਦੀ ਬੋਲੀ ਉਸਦੀ ਮਾਂ ਬੋਲੀ ਹੁੰਦੀ ਹੈ, ਜਿਹੜੀ ਉਹ ਬਚਪਨ ਵਿੱਚ ਮਾਂ ਕੋਲੋਂ ਸਿੱਖਦਾ ਹੈ, ਘਰ ਵਿੱਚੋਂ ਸਿੱਖਦਾ ਹੈ। ਬੜੇ ਬੇਭਾਗ ਨੇ ਉਹ ਸ਼ਖਸ ਜਿਨ੍ਹਾਂ ਨੇ ਵੱਡਿਆਂ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਅਪਣਾਈ ਹੁੰਦੀ ਹੈ। ਲੇਖਕ ਨੂੰ ਲੱਗਦਾ ਕਿ ਉਹ ਬੜੇ ਬੇਭਾਗ ਹਨ, ਮਤਲਬ ਕਿਸਮਤ ਵਾਲੇ ਨਹੀਂ ਹਨ, ਚੰਗੇ ਭਾਗਾਂ ਵਾਲੇ ਨਹੀਂ ਹਨ, ਜਿਹੜੇ ਮਨੁੱਖ ਵੱਡੇ ਹੋ ਕੇ ਆਪਣੀ ਬਚਪਨ ਦੀ ਬੋਲੀ ਛੱਡ ਦਿੰਦੇ ਹਨ ਅਤੇ ਉਹਨਾਂ ਨੂੰ ਹੋਰ ਬੋਲੀ ਅਪਣਾਉਣੀ ਪੈਂਦੀ, ਹੋਰ ਭਾਸ਼ਾ ਬੋਲਣੀ ਪੈਂਦੀ ਹੈ। ਸਿਰਫ ਬਚਪਨ ਦੀ ਬੋਲੀ ਦੀ ਮੋਹਰ ਲਾ ਕੇ ਹੀ ਕੋਈ ਆਪਣੀ ਅੰਦਰਲੀ ਦੌਲਤ ਨੂੰ ਅਖੀਰਲੇ ਨਿੱਕੇ ਤੋਂ ਨਿੱਕੇ ਸਿੱਕੇ ਤੱਕ ਵਰਤ ਸਕਦਾ ਹੈ। ਹੋਰ ਕਿਸੇ ਵੀ ਬੋਲੀ ਦੀ ਛਾਪ ਸਾਡੇ ਨਿੱਕੇ ਨਿੱਕੇ ਜਜ਼ਬਾਤੀ ਹੀਰੇ ਝੱਲ ਨਹੀਂ ਸਕਦੀ। ਭਾਵ ਜਿੰਨੀ ਚੰਗੀ ਤਰ੍ਹਾਂ ਅਸੀਂ ਆਪਣੀ ਮਾਂ ਬੋਲੀ ਵਿੱਚ ਆਪਣੇ ਜਜ਼ਬਾਤ, ਆਪਣੀਆਂ ਭਾਵਨਾਵਾਂ ਪ੍ਰਗਟ ਕਰ ਸਕਦੇ ਹਾਂ ਨਾ, ਹੋਰ ਕਿਸੇ ਭਾਸ਼ਾ 'ਚ ਨਹੀਂ ਕਰ ਸਕਦੇ। ਹੋਰ ਕੋਈ ਭਾਸ਼ਾ ਦੇ ਵਿੱਚ ਆਪਾਂ ਆਪਣੇ ਮਨ ਦੇ ਭਾਵ ਨਹੀਂ ਪ੍ਰਗਟ ਕਰ ਸਕਦੇ। ਬੋਲ ਸਕਦੇ ਹਾਂ, ਗੱਲ ਦੱਸ ਸਕਦੇ ਹਾਂ, ਪਰ ਆਪਣੇ ਜਿਹੜੇ ਮਨ ਦੇ ਜਜ਼ਬਾਤ ਹੈ ਨਾ, ਉਹ ਸਾਂਝੇ ਨਹੀਂ ਕਰ ਸਕਦੇ। ਤਜਰਬਾ ਸਾਡੀ ਦੌਲਤ ਹੈ। ਤਜਰਬਾ ਸਾਡੀ ਦੌਲਤ ਹੈ। ਇਹ ਦੌਲਤ ਬਚਪਨ ਦੇ ਸਮੇਂ ਜਿਹੜੀ ਬੋਲੀ ਦੇ ਛਿੰਨਾਂ ਵਿੱਚ ਸਾਂਭੀ ਗਈ ਹੈ, ਉਸੇ ਬੋਲੀ ਦੀ ਸੂਈ ਇਹਦੇ ਉੱਤੇ ਫੇਰਿਆ ਇਹ ਗ੍ਰਾਮੋਫੋਨ ਦੇ ਰਿਕਾਰਡ ਵਾਂਗ ਵੱਜ ਸਕਦੀ ਹੈ। ਤਾਂ ਤੇ ਬੋਲੀ ਨਾਲੋਂ ਵਧੇਰੇ ਧਿਆਨ ਮੰਗਣ ਵਾਲੀ ਕੋਈ ਹੋਰ ਜ਼ਿੰਦਗੀ ਦੀ ਦੌਲਤ ਨਹੀਂ। ਇਸ ਦੇ ਵਿੱਚ ਲੇਖਕ ਦੱਸਦਾ ਹੈ ਕਿ ਜਿਹੜਾ ਐਕਸਪੀਰੀਅੰਸ ਹੈ ਉਹ ਸਾਡਾ ਧਨ ਹੈ, ਅਤੇ ਇਹ ਧਨ ਕਿੱਥੋਂ ਆਉਂਦਾ ਹੈ? ਇਹ ਬਚਪਨ ਦੇ ਵਿੱਚ ਜਿਹੜੀ ਅਸੀਂ ਬੋਲੀ ਸਿੱਖੀ ਹੁੰਦੀ ਹੈ, ਉਹਦੇ ਚਿੰਨ੍ਹ ਜਿਹੜੇ ਅਸੀਂ ਸਾਂਭ ਕੇ ਰੱਖਦੇ ਹਾਂ, ਉਸ ਤੋਂ ਆਉਂਦਾ ਹੈ। ਜਿਵੇਂ ਗ੍ਰਾਮੋਫੋਨ ਦੇ ਰਿਕਾਰਡ 'ਤੇ ਆਪਾਂ ਜਿਹੜੀ ਕੈਸਟ ਉੱਤੇ ਚੜ੍ਹਾ ਦਿੰਦੇ ਹਾਂ ਅਤੇ ਸੂਈ ਉੱਤੇ ਰੱਖ ਦਿੰਦੇ ਹਾਂ, ਤਾਂ ਉਹ ਕੈਸਟ ਵਿੱਚੋਂ ਉਹੀ ਆਵਾਜ਼ ਆਉਂਦੀ ਹੈ। ਉਵੇਂ ਹੀ ਸਾਡੀ ਜ਼ਿੰਦਗੀ ਵਿੱਚ ਬੋਲੀ ਦਾ ਸਥਾਨ ਹੈ। ਜਿਹੇ ਜਿਹੀ ਬੋਲੀ ਅਸੀਂ ਬਚਪਨ ਵਿੱਚ ਸਿੱਖ ਲੈਂਦੇ ਹਾਂ ਨਾ, ਉਹ ਗ੍ਰਾਮੋਫੋਨ ਵਾਂਗੂ ਸਾਰੀ ਉਮਰ ਉਹੀ ਬੋਲੀ ਵੱਜਦੀ ਰਹਿੰਦੀ ਹੈ ਅਤੇ ਅਸੀਂ ਸਾਰੀ ਉਮਰ ਉਸ ਤਰ੍ਹਾਂ ਦੀ ਹੀ ਬੋਲੀ ਯੂਜ਼ ਕਰਦੇ ਹਾਂ। ਅਤੇ ਇਸ ਕਰਕੇ ਲੇਖਕ ਕਹਿਣਾ ਚਾਹੁੰਦਾ ਹੈ ਕਿ ਸਭ ਤੋਂ ਜ਼ਿਆਦਾ ਧਿਆਨ ਮੰਗਣ ਵਾਲੀ ਜਿਹੜੀ ਚੀਜ਼ ਹੈ ਨਾ ਜ਼ਿੰਦਗੀ ਵਿੱਚ, ਉਹ ਬੋਲੀ ਹੈ। ਇਸ ਤੋਂ ਵੱਧ ਦੌਲਤ ਕੋਈ ਹੋਰ ਨਹੀਂ ਹੈ ਜ਼ਿੰਦਗੀ ਵਿੱਚ, ਇਸ ਤੋਂ ਵੱਧ ਧਨ ਕੋਈ ਹੋਰ ਨਹੀਂ ਹੈ ਜ਼ਿੰਦਗੀ ਵਿੱਚ। ਤਜਰਬਾ ਇਸ ਦੌਲਤ ਦਾ ਖਜ਼ਾਨਾ ਹੈ। ਅਤੇ ਇਸ ਦੌਲਤ ਦਾ ਖਜ਼ਾਨਾ ਕੀ ਹੈ? ਐਕਸਪੀਰੀਅੰਸ। ਸ਼ਬਦ ਇਹਦੇ ਸਿੱਕੇ ਅਤੇ ਨੋਟ ਹਨ। ਜਿਹੜੇ ਅਸੀਂ ਸ਼ਬਦ ਬੋਲਦੇ ਹਾਂ, ਉਹ ਇਸ ਖਜ਼ਾਨੇ ਦੇ ਸਿੱਕੇ ਅਤੇ ਨੋਟ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ, ਜਿਹਨੂੰ ਅਸੀਂ ਡੇਲੀ ਯੂਜ਼ ਕਰਦੇ ਹਾਂ। ਜ਼ਿੰਦਗੀ ਦੀ ਜਿਹੜੀ ਮੰਡੀ ਹੈ, ਉਹਦੇ ਵਿੱਚ ਅਸੀਂ ਜ਼ਿੰਦਗੀ ਦੇ ਜਿਹੜੇ
ਵਪਾਰ ਹੈ ਉਹਦੇ ਵਿੱਚ ਅਸੀਂ ਭਾਸ਼ਾ ਦਾ ਪ੍ਰਯੋਗ ਕਰਦੇ ਹਾਂ। ਜ਼ਿੰਦਗੀ ਦੀ ਦੌਲਤ ਬਿਨਾਂ ਸ਼ਬਦ ਨਕਾਰੇ ਹੁੰਦੇ ਹਨ ਅਤੇ ਸ਼ਬਦਾਂ ਬਿਨਾਂ ਇਹ ਦੌਲਤ ਅਣਵਰਤੀ ਪਈ ਰਹਿੰਦੀ ਹੈ। ਭਾਵ ਜਿਹੜੀ ਇਹ ਜ਼ਿੰਦਗੀ ਦੀ ਦੌਲਤ ਤੋਂ ਬਗੈਰ ਇਹ ਸ਼ਬਦ ਕਿਸੇ ਕੰਮ ਨਹੀਂ ਆਉਂਦੇ ਅਤੇ ਸ਼ਬਦਾਂ ਤੋਂ ਬਗੈਰ ਇਹ ਦੌਲਤ ਬਿਨਾਂ ਵਰਤਿਆਂ ਹੀ ਪਈ ਰਹਿੰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਤਜਰਬੇ ਦੇ ਮੌਕਿਆਂ ਵਿੱਚ ਵਾਧਾ ਚਾਹਿਆ ਜਾਵੇ। ਇਸ ਕਰਕੇ ਲੇਖਕ ਕਹਿਣਾ ਚਾਹੁੰਦਾ ਹੈ ਕਿ ਤਜਰਬੇ ਦੇ ਮੌਕੇ ਵਧਾਏ ਜਾਣ, ਵਾਧਾ ਚਾਹਿਆ ਜਾਵੇ, ਮਤਲਬ ਇਹਨੂੰ ਵਧਾਇਆ ਜਾਵੇ। ਪੜ੍ਹਾਈ ਆਪਣੇ ਆਪ ਵਿੱਚ ਕੋਈ ਵੱਡਾ ਤਜਰਬਾ ਨਹੀਂ, ਸਿਰਫ ਤਜਰਬੇ ਦੀ ਲਗਨ ਵਧਾਉਣ ਅਤੇ ਤਜਰਬਿਆਂ ਨੂੰ ਸਾਂਭਣ ਦਾ ਸਾਧਨ ਹੈ। ਜਿਹੜੀ ਪੜ੍ਹਾਈ ਹੈ, ਐਜੂਕੇਸ਼ਨ ਹੈ, ਇਹ ਆਪਣੇ ਆਪ ਵਿੱਚ ਕੋਈ ਐਕਸਪੀਰੀਅੰਸ ਨਹੀਂ ਹੈ ਬਹੁਤ ਵੱਡਾ। ਇਹ ਤਾਂ ਸਿਰਫ ਐਕਸਪੀਰੀਅੰਸ ਦੀ ਲਗਨ ਵਧਾਉਣ ਅਤੇ ਐਕਸਪੀਰੀਅੰਸ ਨੂੰ, ਤਜਰਬਿਆਂ ਨੂੰ ਸਾਂਭਣ ਦਾ ਇੱਕ ਮੈਥਡ ਹੈ, ਇੱਕ ਸਾਧਨ ਹੈ। ਵੇਖਣਾ, ਖੇਡਣਾ, ਮਿਲਣਾ, ਪਿਆਰਨਾ, ਕੁਝ ਜੋੜਨਾ, ਕੁਝ ਤੋੜਨਾ ਆਦਿ ਅਸਲੀ ਤਜਰਬੇ ਹਨ। ਅਸਲੀ ਐਕਸਪੀਰੀਅੰਸ ਕੀ ਹੈ? ਕਿਸੇ ਚੀਜ਼ ਨੂੰ ਵੇਖਣਾ, ਖੇਡਣਾ, ਮਿਲਣਾ, ਪਿਆਰ ਕਰਨਾ, ਕੁਝ ਜੋੜਨਾ ਅਤੇ ਕੁਝ ਤੋੜਨਾ, ਜਿਹੜੇ ਸਾਡੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਨੇ ਅਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ, ਭਾਵ ਚਮਕਾਉਂਦੇ ਹਨ। ਜਵਾਨੀ ਅਤੇ ਬੁਢਾਪੇ ਨਾਲੋਂ ਕਈ ਗੁਣਾ ਕੀਮਤੀ ਸਮਾਂ ਬਚਪਨ ਦਾ ਹੁੰਦਾ ਹੈ। ਇਹ ਗੱਲ ਬਿਲਕੁਲ ਸਹੀ ਹੈ ਕਿ ਬਚਪਨ ਦਾ ਜਿਹੜਾ ਸਮਾਂ ਹੈ ਜਵਾਨੀ ਅਤੇ ਬੁਢਾਪੇ ਨਾਲੋਂ ਜ਼ਿਆਦਾ ਕੀਮਤੀ ਹੁੰਦਾ ਹੈ। ਇਹਦੇ ਵਿੱਚ ਹੀ ਉਹ ਮੋਹਰਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ। ਮੋਹਰਾਂ ਕਿਹੜੀਆਂ? ਬੋਲੀ ਰੂਪੀ ਮੋਹਰਾਂ, ਜਿਹੜੀਆਂ ਭੁਨਾ ਭੁਨਾ ਕੇ ਜਵਾਨੀ ਅਤੇ ਬੁਢਾਪਾ ਆਪਣਾ ਔਖਾ ਜਾਂ ਸੌਖਾ ਝੱਟ ਲਗਾਉਂਦੇ ਹਨ, ਪਰ ਲਫ਼ਜ਼ ਸੋਨੇ ਦਾ ਨਿੱਕਾ ਜਿਹਾ ਤਿਨਕਾ ਹੁੰਦੇ ਹਨ। ਜਿਹੜੀਆਂ ਬਚਪਨ ਵਿੱਚ ਮੋਹਰਾਂ ਇਕੱਠੀਆਂ ਕਰ ਲਈਆਂ, ਜਿਹੜੀ ਬੋਲੀ ਅਸੀਂ ਇਕੱਠੀ ਕਰ ਲਈ, ਉਹਨੂੰ ਹੌਲੀ ਹੌਲੀ ਵਰਤ ਕੇ ਜਵਾਨੀ ਅਤੇ ਬੁਢਾਪੇ ਦੇ ਸਮੇਂ ਨੂੰ ਔਖਿਆਂ ਜਾਂ ਸੌਖਿਆਂ ਗੁਜ਼ਾਰਿਆ ਜਾਂਦਾ ਹੈ। ਸ਼ਬਦ ਜਿਹੜੇ ਹਨ ਨਾ, ਉਹ ਸੋਨੇ ਦਾ ਇੱਕ ਕਿਨਕਾ, ਤਿਨਕਾ ਮਤਲਬ ਇੱਕ ਤੀਲੇ ਦੇ ਸਮਾਨ ਹੈ, ਜਿਸ ਦੀ ਬਣਾਵਟ ਗਹਿਣੇ ਦੀ ਕਢਾਈ ਦੀ ਤਰ੍ਹਾਂ ਕਢਾਈ ਵਾਂਗ ਦੀ ਅਸਲੀਅਤ ਨੂੰ ਅੱਗੇ ਜਾਂ ਪਿੱਛੇ ਪਾਉਂਦੀ ਹੈ। ਕਈਆਂ ਦੇ ਲਫ਼ਜ਼ ਇਹੋ ਜਿਹੇ ਕੋਝੇ ਘੜੇ ਹੁੰਦੇ ਹਨ ਕਿ ਉਹਨਾਂ ਦੇ ਸੋਨੇ ਨੂੰ ਕੋਈ ਪਿੱਤਲ ਦੇ ਭਾਅ ਵੀ ਨਹੀਂ ਚੁੱਕਦਾ। ਭਾਵ ਇਹ ਭਾਸ਼ਾ ਹੀ ਹੈ ਕਿ ਜੇ ਕੋਈ ਸੋਨੇ ਦਾ ਇੱਕ ਤੀਲਾ ਹੈ, ਉਹਦੀ ਕੀਮਤ ਕਦੋਂ ਪੈਂਦੀ ਹੈ? ਜਦੋਂ ਉਹ ਗਹਿਣਾ ਬਣ ਜਾਂਦਾ ਹੈ, ਜਦੋਂ ਉਹਨੂੰ ਘੜਿਆ ਜਾਂਦਾ ਹੈ, ਉਹਦੀ ਅਸਲੀ ਕੀਮਤ ਤਾਂ ਉਦੋਂ ਪੈਂਦੀ ਹੈ ਨਾ। ਅਤੇ ਲੇਖਕ ਇਹਨਾਂ ਦੁਆਰਾ ਸਮਝਾਉਣਾ ਚਾਹੁੰਦਾ ਕਿ ਕਈਆਂ ਦੇ ਸ਼ਬਦ ਅਜਿਹੇ ਮਾੜੇ ਘੜੇ ਹੁੰਦੇ ਹਨ ਕਿ ਉਹਨਾਂ ਦੇ ਸੋਨੇ ਨੂੰ ਕੋਈ ਪਿੱਤਲ ਦੇ ਭਾਅ ਵੀ ਨਹੀਂ ਖਰੀਦਣਾ ਚਾਹੁੰਦਾ, ਉਹਨਾਂ ਦੀ ਕੋਈ ਪਿੱਤਲ ਜਿੰਨੀ ਵੀ ਕੀਮਤ ਨਹੀਂ ਪਾਉਂਦਾ। ਕੋਈ ਸਰਾਫ ਮਹਿੰਗਾ ਸਸਤਾ ਭਾਵੇਂ ਉਹਨੂੰ ਹੱਥ ਪਾ ਲਵੇ, ਸਰਾਫ ਸੋਨੇ ਦਾ ਵਪਾਰ ਕਰਨ ਵਾਲਾ, ਪਰ ਰੋਜ਼ਾਨਾ ਜ਼ਿੰਦਗੀ ਵਿੱਚ ਚਾਲੂ ਸਿੱਕੇ ਵਾਂਗ ਉਹ ਫੌਰੀ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਹਾਂ, ਉਹਨੂੰ ਕਦੇ ਕੋਈ ਸੋਨੇ ਦਾ ਵਪਾਰ ਕਰਨ ਵਾਲਾ ਸੁਨਿਆਰਾ ਮਹਿੰਗਾ ਸਸਤਾ ਖਰੀਦ ਤਾਂ ਲਏਗਾ, ਪਰ ਰੋਜ਼ਾਨਾ ਦੇ ਜੀਵਨ ਵਿੱਚ ਉਹਨੂੰ ਆਮ ਚੱਲ ਰਹੇ ਸਿੱਕੇ ਦੀ ਤਰ੍ਹਾਂ ਸਾਡੀਆਂ ਉਹ ਜ਼ਰੂਰਤਾਂ ਨਹੀਂ ਪੂਰੀਆਂ ਕਰ ਸਕਦਾ। ਭਾਵ ਕਹਿਣ ਦਾ ਕਿ ਜਿਹੜੇ ਸ਼ਬਦ ਹਨ ਨਾ, ਜਿਹੜੀ ਬੋਲੀ ਹੈ, ਮਨੁੱਖ ਦਾ ਅਸਲੀ ਮੁੱਲ ਬੋਲੀ ਪਾਉਂਦੀ ਹੈ। ਸ਼ਬਦ ਹੀ ਹੈ ਜਿਹੜੇ ਉਹਨੇ ਡੇਲੀ ਰੂਟੀਨ ਵਿੱਚ ਯੂਜ਼ ਕਰਨੇ ਹੁੰਦੇ ਹੈ। ਉਹਦੀ ਕਿੰਨੀ ਵੈਲਿਊ ਹੈ ਉਹਦੇ ਸ਼ਬਦਾਂ ਤੋਂ ਪਤਾ ਲੱਗਦੀ ਹੈ। ਆਮ ਨਿੱਤ ਦੀ ਜ਼ਿੰਦਗੀ ਵਿੱਚ ਉਹ ਕਿਸ ਤਰ੍ਹਾਂ ਦੇ ਸ਼ਬਦ ਪ੍ਰਯੋਗ ਕਰਦਾ ਹੈ, ਕਿਵੇਂ ਉਹਦਾ ਦੂਸਰੇ ਲੋਕਾਂ ਨਾਲ ਵਿਵਹਾਰ ਹੈ, ਇਹ ਸਾਡੀ ਭਾਸ਼ਾ ਹੀ ਨਿਸ਼ਚਿਤ ਕਰਦੀ ਹੈ। ਦੁਨੀਆ ਦੇ ਅਨੇਕਾਂ ਲੋਕ ਆਪਣਾ ਮੁੱਲ ਪੂਰਾ ਨਹੀਂ ਪਵਾ ਸਕਦੇ। ਦੁਨੀਆ ਵਿੱਚ ਬਹੁਤ ਸਾਰੇ ਲੋਕ ਹੈ
ਜਿਹੜੀ ਆਪਣੀ ਪੂਰੀ ਵੈਲਿਊ ਨਹੀਂ ਪਾ ਸਕਦੇ, ਕਿਉਂਕਿ ਉਹਨਾਂ ਆਪਣੇ ਲਫ਼ਜ਼ਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਹਾਂ, ਉਹ ਸਮਝਦਾਰ ਜ਼ਰੂਰ ਹੁੰਦੇ ਹੈ, ਪਰ ਉਹ ਕੀ ਚੀਜ਼ ਇਗਨੋਰ ਕਰ ਦਿੰਦੇ ਹੈ? ਲਫ਼ਜ਼ ਮਤਲਬ ਸ਼ਬਦਾਂ ਵੱਲ ਉਹਨਾਂ ਨੇ ਕਦੇ ਧਿਆਨ ਨਹੀਂ ਦਿੱਤਾ ਹੁੰਦਾ। ਉਹਨਾਂ ਦੇ ਕਸੋਨੇ, ਛਿੱਤੇ, ਚੁਭਦੇ, ਕੌੜੇ, ਬੇਤਾਬ, ਬੇਰਸ ਲਫ਼ਜ਼ ਉਹਨਾਂ ਦੇ ਸੋਨੇ ਨੂੰ ਬੇਖਿੱਚ ਅਤੇ ਬੇਕੀਮਤੀ ਬਣਾਏ ਰੱਖਦੇ ਹਨ। ਭਾਵ ਜਿਹੜੇ ਉਹਨਾਂ ਦੇ ਸ਼ਬਦ ਹੁੰਦੇ ਆ ਨਾ, ਉਹ ਕਿਹੋ ਜਿਹੇ ਹੁੰਦੇ ਹੈ? ਕਸੋਨੇ ਮਤਲਬ ਚੰਗੇ ਨਹੀਂ ਹੁੰਦੇ, ਛਿੱਤੇ ਹੁੰਦੇ ਹੈ, ਚੰਗੇ ਨਹੀਂ ਹੁੰਦੇ, ਚੁਭਦੇ ਮਤਲਬ ਚੁਭ ਜਾਂਦੇ ਹੈ ਮਨ 'ਚ, ਕੌੜੇ, ਬੇਤਾਬ ਜਿਨ੍ਹਾਂ 'ਚ ਕੋਈ ਖਿੱਚ ਨਹੀਂ, ਬੇਰਸ ਹੁੰਦੇ ਹੈ ਲਫ਼ਜ਼ ਉਹਨਾਂ ਦੇ ਸੋਨੇ ਨੂੰ। ਭਾਵੇਂ ਉਹਨਾਂ ਦੀ ਮੁੱਲ ਉਹ ਬਹੁਤ ਵੱਡੇ ਇਨਸਾਨ ਹਨ, ਪਰ ਜਿਹੜੇ ਉਹਨਾਂ ਦੇ ਲਫ਼ਜ਼ ਹੈ ਨਾ, ਉਹਨਾਂ ਦੀ ਜ਼ਿੰਦਗੀ ਨੂੰ ਬੇਕੀਮਤੀ ਬਣਾਈ ਰੱਖਦੇ ਹੈ। ਭਾਵ ਉਹਨਾਂ ਦੀ ਜ਼ਿੰਦਗੀ ਦੀ ਕੀਮਤ ਨਹੀਂ ਪੈਣ ਦਿੰਦੇ। ਬੋਲੀ ਨਾ ਸਿਰਫ ਕਾਮਯਾਬੀ ਦੀ ਕੁੰਜੀ ਹੈ, ਇਹ ਜ਼ਿੰਦਗੀ ਦੇ ਹੁਸਨਾਂ ਦੇ ਸਵਾਦਾਂ ਦਾ ਜਾਦੂ ਵੀ ਹੈ। ਜਿਹੜੀ ਬੋਲੀ ਹੁੰਦੀ ਹੈ ਨਾ, ਉਹ ਸਿਰਫ ਸਫਲਤਾ ਦੀ ਕੁੰਜੀ ਨਹੀਂ ਹੁੰਦੀ, ਕੁੰਜੀ ਚਾਬੀ ਨਹੀਂ ਹੁੰਦੀ। ਇਹ ਜ਼ਿੰਦਗੀ ਦੇ ਹੁਸਨਾਂ ਅਤੇ ਸਵਾਦਾਂ ਦਾ ਜਾਦੂ ਵੀ ਹੈ। ਇਹਦੇ ਨਾਲ ਅਸੀਂ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਦੇ ਹਾਂ, ਸੁੰਦਰ ਬਣਾ ਸਕਦੇ ਹਾਂ, ਅਤੇ ਅਸੀਂ ਸਵਾਦ ਵੀ ਲੈ ਸਕਦੇ ਹਾਂ। ਇਹ ਜ਼ਿੰਦਗੀ ਵਿੱਚ ਇੱਕ ਜਾਦੂ ਦਾ ਕੰਮ ਕਰਦੀ ਹੈ, ਜਿਹੜੀ ਬੋਲੀ ਹੈ, ਜਿਹੜੀ ਭਾਸ਼ਾ ਹੈ। ਇਹ ਸਾਡੇ ਅਣਹੋਣੇ ਸੁਪਨਿਆਂ ਨੂੰ ਵੀ ਲਕੀਰਾਂ, ਘੇਰਿਆਂ ਵਿੱਚ ਚਿੱਤਰ ਕੇ ਅਸਲੀਅਤ ਦਾ ਰੂਪ ਦੇ ਦਿੰਦੀ ਹੈ। ਉਹ ਸਾਡੇ ਜਿਗਰੀ ਪਿਆਰਾਂ ਦੀ ਕਾਦਰ, ਸਾਡੀਆਂ ਪੁੱਗੀਆਂ ਅਤੇ ਅਣਪੁੱਗੀਆਂ ਰੀਝਾਂ ਦੀ ਫਿਲਮ ਹੈ, ਜਿਸ ਨੂੰ ਉਦਾਸ ਬੱਦਲਾਂ ਦੇ ਹਨੇਰੇ ਵਿੱਚ ਚਲਾ ਕੇ ਵੀ ਅਸੀਂ ਸੁਨਹਿਰੀ ਧੁੱਪਾਂ ਚਾੜ੍ਹ ਸਕਦੇ ਹਾਂ। ਇਹ ਸਾਡੇ ਅਤੇ ਸਾਡੇ ਪ੍ਰੀਤਮ ਵਿਚਲੀ ਰੇਸ਼ਮੀ ਲੜੀ ਹੈ, ਸਾਡੀਆਂ ਵਫਾਵਾਂ ਅਤੇ ਦੋਸਤੀ ਦੀ ਸਾਖੀ ਹੈ। ਜਿਹੜੀ ਬੋਲੀ ਹੈ, ਭਾਸ਼ਾ ਹੈ, ਇਹਦੇ ਨਾਲ ਅਸੀਂ ਅਣਹੋਣੇ, ਜਿਹੜੇ ਪੋਸੀਬਲ ਨਹੀਂ, ਸੁਪਨਿਆਂ ਨੂੰ ਵੀ ਲਕੀਰਾਂ ਘੇਰਿਆਂ ਵਿੱਚ ਚਿੱਤਰ ਕੇ ਅਸਲੀਅਤ ਦਾ ਰੂਪ ਦੇ ਦਿੰਦੀ ਹੈ। ਭਾਵ ਜੋ ਸਾਡੇ ਲਈ ਇੰਪੋਸੀਬਲ ਹੁੰਦਾ, ਉਹਨੂੰ ਪੋਸੀਬਲ ਕਰ ਦਿੰਦੀ ਹੈ। ਉਹ ਸਾਡੀ ਜ਼ਿੰਦਗੀ ਜਿਗਰੀ ਪਿਆਰਾਂ ਦੀ ਕਾਸਤ, ਸਾਡੀਆਂ ਪੁੱਗੀਆਂ ਅਤੇ ਅਣਪੁੱਗੀਆਂ ਰੀਝਾਂ ਦੀ ਫਿਲਮ ਹੈ, ਜਿਹੜੀ ਸਾਡੀ ਜਿਹੜੀ ਜ਼ਿੰਦਗੀ ਵਿੱਚ ਸਹੀ ਹੋਇਆ, ਗਲਤ ਹੋਇਆ, ਜੋ ਮਨ ਦੀ ਇੱਛਾ ਸੀ ਪੁੱਗੀ ਮਤਲਬ ਪੂਰੀ ਹੋਈ ਅਤੇ ਨਾ ਪੂਰੀ ਹੋਈ, ਉਹਨਾਂ ਦੀ ਇੱਕ ਫਿਲਮ ਦੀ ਤਰ੍ਹਾਂ ਹੈ, ਜਿਸ ਨੂੰ ਉਦਾਸ ਬੱਦਲਾਂ ਦੇ ਹਨੇਰੇ ਵਿੱਚ ਚਲਾ ਕੇ ਵੀ ਅਸੀਂ ਸੁਨਹਿਰੀ ਧੁੱਪਾਂ ਚਾੜ੍ਹ ਸਕਦੇ ਹਾਂ। ਭਾਵ ਅਸੀਂ ਆਪਣੀ ਭਾਸ਼ਾ ਦੇ ਦੁਆਰਾ ਜੋ ਕੁਛ ਇੰਪੋਸੀਬਲ ਹੈ, ਉਹਨੂੰ ਪੋਸੀਬਲ ਕਰ ਸਕਦੇ ਹਾਂ। ਹਨੇਰੇ ਦੇ ਵਿੱਚ ਵੀ, ਭਾਵ ਜਿੱਥੇ ਸਾਨੂੰ ਉਮੀਦ ਨਹੀਂ ਹੈ, ਨਾ ਉਮੀਦੀ ਹੈ, ਉੱਥੇ ਅਸੀਂ ਸੁਨਹਿਰੀ ਧੁੱਪ ਚੜ੍ਹਾ ਸਕਦੇ ਹਾਂ। ਭਾਵ ਅਸੀਂ ਆਪਣੀਆਂ ਇੱਛਾਵਾਂ ਪੂਰੀਆਂ ਕਰ ਸਕਦੇ ਹਾਂ। ਅਤੇ ਭਾਸ਼ਾ ਜਿਹੜੀ ਪ੍ਰੀਤਮ ਵਿਚਲੀ, ਸਾਡੇ ਅਤੇ ਪ੍ਰੀਤਮ, ਪ੍ਰੇਮੀ ਦੇ ਪ੍ਰੇਮਿਕਾ ਦੇ ਵਿਚਲੀ ਰੇਸ਼ਮੀ ਲੜੀ ਹੈ, ਇੱਕ ਧਾਗੇ ਦੀ ਤਰ੍ਹਾਂ ਹੈ। ਅਤੇ ਇਹ ਜਿਹੜੇ ਸ਼ਬਦ ਹੁੰਦੇ ਹੈ ਨਾ, ਪਿਆਰ ਅਤੇ ਦੋਸਤੀ ਦੇ ਗਵਾਹ ਹੁੰਦੇ ਹੈ। ਸਾਖੀ ਮਤਲਬ ਗਵਾਹ। ਕੋਈ ਬੋਲੀ ਬਾਰੇ ਅਣਗਹਿਲੀ ਨਾ ਕਰੇ, ਇਹਦੇ ਬਾਰੇ ਕੋਈ ਮਸਖਰੀ, ਮਖੌਲ ਸਹਾਰੇ। ਕਿਸੇ ਨੂੰ ਵੀ ਜਿਹੜੀ ਭਾਸ਼ਾ ਦੇ ਪ੍ਰਤੀ ਮਤਲਬ ਭਾਸ਼ਾ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਇਹਦੇ ਵੱਲ ਧਿਆਨ ਦੇਣਾ ਜ਼ਰੂਰੀ ਹੈ। ਇਹਦੇ ਬਾਰੇ ਕੋਈ ਕਿਸੇ ਨੂੰ ਮਖੌਲ ਜਾਂ ਮਸਖਰੀ, ਮਖੌਲ, ਮਜ਼ਾਕ, ਟੀਚਰ ਨੂੰ ਜਰਨਾ ਚਾਹੀਦਾ, ਭਾਵ ਸਹਿਣ ਕਰ ਲੈਣਾ ਚਾਹੀਦਾ ਹੈ। ਇਹ ਬੜੀ ਮਹਿੰਗੀ ਅਤੇ ਪਿਆਰੀ ਵਿਰਾਸਤ ਹੈ, ਵਿਰਾਸਤ ਜਿਹੜੀ ਪਿਤਾ ਦਾਦੇ ਤੋਂ ਪ੍ਰਾਪਤ ਹੁੰਦੀ ਹੈ। ਮਾਪਿਆਂ ਕੋਲੋਂ, ਉਸਤਾਦਾਂ ਕੋਲੋਂ, ਘਰ ਆਏ ਮਹਿਮਾਨਾਂ ਕੋਲੋਂ, ਹੋਕਾ ਦਿੰਦੇ ਛਾਬੜੀ ਵਾਲੇ ਕੋਲੋਂ, ਲੱਕੜਾਂ ਪਾੜਨ ਵਾਲੇ ਕੋਲ, ਮਜ਼ਦੂਰਾਂ ਕੋਲੋਂ, ਘੱਗੂ ਘੋੜੇ ਵੇਚਣ ਆਈ
ਪੱਖੀਵਾਰਨ ਕੋਲੋਂ, ਗਵਾਲੇ ਚਰਵਾਹੇ ਕੋਲੋਂ, ਹਰ ਲਫ਼ਜ਼ ਦੇ ਮਾਲਕ ਕੋਲੋਂ ਉਹਦੇ ਲਫ਼ਜ਼ ਸਿੱਖੋ ਅਤੇ ਸੰਭਾਲੋ। ਭਾਵ ਜਿੱਥੋਂ ਵੀ ਭਾਸ਼ਾ ਮਿਲੇ ਨਾ ਉੱਥੋਂ ਗ੍ਰਹਿਣ ਕਰੋ। ਚੰਗੀ ਭਾਸ਼ਾ, ਚਾਹੇ ਉਹ ਉਸਤਾਦ ਹੈ, ਮਾਂ ਬਾਪ ਹੈ, ਉਸਤਾਦ ਮਤਲਬ ਗੁਰੂ, ਮਹਿਮਾਨ ਹੋਣ, ਜਾਂ ਗਲੀ ਵਿੱਚ ਜਿਹੜੇ ਹਾਕਰਸ ਫਿਰਦੇ ਹੁੰਦੇ ਹੋਕਾ ਦਿੰਦੇ, ਛਾਬੜੀ ਵਾਲੇ, ਵੇਚਣ ਵਾਲੇ, ਕੁਛ ਲੱਕੜਾਂ ਪਾੜਨ ਵਾਲੇ, ਚਾਹੇ ਮਜ਼ਦੂਰ ਹੈ, ਚਾਹੇ ਗਲੀਆਂ ਵਿੱਚ ਜਿਹੜੇ ਕਾਗਜ਼ਾਂ ਦੇ ਬਣੇ ਹੋਏ ਖਿਡੌਣੇ ਵੇਚਣ ਆਉਂਦੀਆਂ ਹਨ, ਗਵਾਲੇ ਦੁੱਧ ਕੱਢਣ ਵਾਲੇ, ਚਰਵਾਹੇ ਜਿਹੜੇ ਪਸ਼ੂ ਚਾਰਦੇ ਹਨ। ਭਾਵ ਜੋ ਵੀ ਸਾਡੇ ਆਲੇ ਦੁਆਲੇ ਹੈ, ਜੋ ਵੀ ਉਹ ਲੋਕ ਸ਼ਬਦ ਵਰਤਦੇ ਆ ਨਾ, ਉਹਨਾਂ ਕੋਲੋਂ ਸਿੱਖਣਾ ਚਾਹੀਦਾ ਹੈ ਅਤੇ ਸ਼ਬਦ ਸਾਂਭ ਕੇ ਰੱਖਣੇ ਚਾਹੀਦੇ ਹਨ। ਲਫ਼ਜ਼ਾਂ ਦੀ ਭੁੱਖ ਪੈਦਾ ਕਰੋ। ਇਉਂ ਟੱਪੋ ਕੋਈ ਦਿਲ ਰੰਗਿਆ ਲਫ਼ਜ਼ ਸੁਣ ਕੇ, ਜਿਉਂ ਤਿਤਲੀ ਟੱਪਦੀ ਹੈ ਰੰਗਲੇ ਫੁੱਲ ਦੇਖ ਕੇ। ਭਾਵ ਕੋਈ ਵਧੀਆ ਸ਼ਬਦ ਸੁਣ ਕੇ ਦਿਲ ਇਸ ਤਰ੍ਹਾਂ ਖੁਸ਼ੀ 'ਚ ਟੱਪਣਾ ਚਾਹੀਦਾ ਹੈ, ਭਾਵ ਖੁਸ਼ ਹੋਣਾ ਚਾਹੀਦਾ ਹੈ, ਜਿਵੇਂ ਕੋਈ ਤਿਤਲੀ ਰੰਗਦਾਰ ਫੁੱਲ ਨੂੰ ਵੇਖ ਕੇ ਖੁਸ਼ ਹੋ ਜਾਂਦੀ ਹੈ ਨਾ, ਇਸ ਤਰ੍ਹਾਂ ਵਧੀਆ ਸ਼ਬਦ ਸੁਣ ਕੇ ਮਨ ਨੂੰ ਖੁਸ਼ ਕਰ ਲੈਣਾ ਚਾਹੀਦਾ ਹੈ। ਲਫ਼ਜ਼ ਆਪਣੇ ਆਪ ਵਿੱਚ ਦੌਲਤ ਨਹੀਂ। ਜਿਹੜੇ ਲਫ਼ਜ਼ ਹੈ ਨਾ, ਉਹ ਆਪਣੇ ਆਪ 'ਚ ਕੋਈ ਧਨ ਨਹੀਂ ਹੁੰਦੇ। ਜਿਸ ਤਰ੍ਹਾਂ ਕਿਸੇ ਸਿੱਕੇ ਉੱਤੇ ਲੱਗੀ ਮੋਹਰ ਆਪਣੇ ਆਪ ਦੌਲਤ ਨਹੀਂ ਹੁੰਦੀ, ਸਿਰਫ ਕਿਸੇ ਦੌਲਤ ਦੀ ਮੋਤਬਿਰ ਨਿਸ਼ਾਨੀ, ਮੋਤਬਿਰ ਭਰੋਸੇਯੋਗ ਨਿਸ਼ਾਨੀ ਹੁੰਦੀ ਹੈ। ਉਸੇ ਤਰ੍ਹਾਂ ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ। ਜਿਹੜੇ ਸਾਡੇ ਦਿਲ ਵਿੱਚ ਖਜ਼ਾਨਾ ਹੈ ਨਾ, ਲਫ਼ਜ਼ ਉਸਦੀ ਇੱਕ ਸਟੈਂਪ ਹੁੰਦੀ ਹੈ। ਜੇ ਦਿਲ ਵਿੱਚ ਦੋਸਤੀਆਂ, ਪਿਆਰ, ਕੁਰਬਾਨੀਆਂ, ਰੀਤਾਂ, ਕਹਾਣੀਆਂ, ਹੰਝੂਆਂ, ਹਾਸਿਆਂ ਅਤੇ ਕੁਦਰਤ ਦੀਆਂ ਛੋਹਾਂ ਦੀ ਦੌਲਤ ਅਮੁੱਕ ਹੈ, ਤਾਂ ਮਨੁੱਖੀ ਕੁੱਖ ਵਿੱਚ ਕਿਹੜਾ ਜੰਮਿਆ ਹੈ ਜਿਹੜਾ ਜੱਫੀਆਂ ਪਾਉਂਦੇ ਸ਼ਬਦਾਂ ਦੀ ਛਣ ਛਣ ਤੋਂ ਨਿਛਾਵਰ ਹੋਣੋਂ ਰੁਕ ਸਕੇ। ਜੇ ਲੇਖਕ ਦੱਸਣਾ ਚਾਹੁੰਦਾ ਹੈ ਕਿ ਜੇ ਦਿਲ ਵਿੱਚ ਦੋਸਤੀ, ਪਿਆਰ, ਕੁਰਬਾਨੀ, ਗੀਤ, ਕਹਾਣੀਆਂ ਦੀ ਦੌਲਤ ਬਹੁਤ ਜ਼ਿਆਦਾ ਦੌਲਤ ਹੈ, ਅਤੇ ਕੋਈ ਵੀ ਮਨੁੱਖ ਅਜਿਹਾ ਨਹੀਂ ਹੋਵੇਗਾ ਜੋ ਚੰਗੇ ਸ਼ਬਦ ਨਾ ਬੋਲ ਸਕੇ। ਗੱਲ ਵਕੜੀਆਂ ਪਾਉਂਦੇ ਸ਼ਬਦਾਂ ਦੀ ਛੰਝਣ ਤੋਂ ਆਪਾਂ ਵਾਰਨ ਤੋਂ ਰੁਕ ਨਹੀਂ ਸਕੇਗਾ। ਭਾਵ ਕੋਈ ਮਨੁੱਖ ਇਹ ਜਿਹਾ ਨਹੀਂ ਜੰਮਿਆ ਜਿਹੜਾ ਚੰਗੇ ਸ਼ਬਦਾਂ ਤੋਂ ਨਿਛਾਵਰ ਨਾ ਹੋਵੇ, ਆਪਣੇ ਆਪ ਨੂੰ ਰੋਕ ਲਵੇ। ਭਾਵ ਜੇ ਕੋਈ ਅੰਦਰੋਂ ਸੋਹਣਾ ਹੈ, ਸਿਆਣਾ ਹੈ, ਸਮਝਦਾਰ ਹੈ, ਤਾਂ ਉਹਦੇ ਸ਼ਬਦ ਵੀ ਚੰਗੇ ਹੀ ਹੋਣਗੇ। ਅਤੇ ਜੇ ਕੋਈ ਚੰਗੇ ਸ਼ਬਦ ਸੁਣਦਾ ਹੈ ਤਾਂ ਚੰਗੇ ਸ਼ਬਦ ਬੋਲਣ ਵਾਲਾ ਚੰਗੇ ਸ਼ਬਦ ਸੁਣ ਕੇ ਵੀ ਆਪਣਾ ਆਪ ਉਸ ਤੋਂ ਨਿਛਾਵਰ ਕਰ ਦਿੰਦਾ ਹੈ। ਬੇਟਾ ਲੈਸਨ ਧਿਆਨ ਨਾਲ ਰੀਡ ਕਰ ਲੈਣਾ। ਥੈਂਕ ਯੂ।